ਕਿਉਂ ਸ਼ਾਹ ਹੁਸੈਨ ਵੇਖ ਲਿਆ ਸੀ ਬਦਲੀ ਬੈਠੇ ਭੇਸ, ਸਾਡੀ ਜਿੰਦ ਨੀ ਮਾਣੀ ਕੂਕ ਦੀ, ਅਸਾਂ ਰੁਲ ਗਿਆ ਵਿੱਚ ਪਰਦੇਸ। ਸਾਡਾ ਹਰਦਮ ਜੀ ਕੁਰਲਾਮ ਦਾ, ਸਾਡੀ ਨੀਰ ਵਗਾਵੇ ਅੱਖ, ਅਸਾਂ ਜਿਉਂਦੇ ਜਾਨੀ ਮਰ ਗਏ, ਸਾਡਾ ਮਤ ਹੋਇਆ ਵਕ। ਅਸਾਂ ਨੈਣਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਇਹ ਬੰਜਰ ਰਹੀ ਨੀ ਮਾਨੜੀ, ਸਾਨੂੰ ਸੱਜਣ ਤੇਰੀ ਸੌ। ਅਸਾਂ ਉਤੂ ਸ਼ਾਂਤ ਜਾਪਦੇ, ਸਾਡੇ ਅੰਦਰ ਲੱਗੀ ਜੰਗ, ਸਾਨੂੰ ਵੇਖ ਕੇ ਚੁੱਪ ਚੁੱਪੀ ਤੜਾ, ਪਏ ਆਖਣ ਲੋਕ ਮਲੰਗ, ਪਏ ਆਖਣ ਲੋਕ ਮਲੰਗ। ਪ੍ਰੋਗਰਾਮ ਪੰਜਾਬ ਰੰਗ ਦੇ ਨਾਲ ਤੁਹਾਡਾ ਮਿੱਤਰ ਜਾਵੇਦ ਵੱਟੂ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅਸਲਾਮ ਵਾਲੇਕੁਮ। ਕਿਵੇਂ ਹੋ ਜਨਾਬ ਤੁਸੀਂ? ਮੈਨੂੰ ਉਮੀਦ ਹੈ ਕਿ ਤੁਸੀਂ ਜਿੱਥੇ ਵੀ ਹੋ ਹਮੇਸ਼ਾ ਵਾਂਗ ਹੱਸਦੇ ਪਿਓ ਤੇ ਵਸਦੇ ਪਿਓ, ਤੇ ਦੁਆ ਹੈ ਕਿ ਰੱਬ ਸੋਹਣਾ, ਰੱਬ ਸੱਚਾ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਸ਼ਾਦ ਰੱਖੇ ਤੇ ਆਬਾਦ ਰੱਖੇ। ਆਪਣੇ ਦੇ ਸੰਗ ਸਾਰੀਆਂ ਖੁਸ਼ੀਆਂ ਤੁਹਾਡਾ ਨਸੀਬ ਹੋਣ। ਤੇ ਜਨਾਬ ਅੱਜ ਟੋਰਾਂਟੋ 360 TV ਦੇ ਵਿਹੜੇ ਦੇ ਵਿੱਚ ਇਹ ਰੌਣਕ ਲੱਗੀ ਹੈ। ਤੁਹਾਡਾ ਮਿੱਤਰ ਜਾਵੇਦ ਵੱਟੂ ਤੁਸੀਂ ਤੇ ਜਾਣਦੇ ਹੋ, ਔਰ ਮੇਰੇ ਨਾਲ ਅੱਜ ਜਿਹੜੇ ਸਾਡੇ ਸੋਹਣੇ ਪ੍ਰਾਹੁਣੇ ਨੇ ਮੌਜੂਦ ਨੇ, ਭੰਗੜਾ ਸਿੰਗਰ ਨੇ, ਗਾਉਂਦੇ ਨੇ ਤੇ ਦਿਲਾਂ ਦੇ ਤਾਰ ਹਿਲਾ ਦਿੰਦੇ ਨੇ, ਬੜੇ ਸੁਰੀਲੇ ਔਰ ਬੜੇ ਰੌਣਕਾਂ ਲਾਉਣ ਵਾਲੇ ਗੁਲੂਕਾਰ ਨੇ। ਤੇ ਇਮਰਾਨ ਨਿਆਜ਼ੀ, ਤੁਹਾਨੂੰ ਅਸੀਂ ਟੋਰਾਂਟੋ 360 TV ਦੇ ਅੱਜ ਦੇ ਵਿਹੜੇ ਦੇ ਵਿੱਚ ਪੰਜਾਬ ਰੰਗ ਦੇ ਵਿੱਚ खुश आमदीद ते वेलकम करने। अस्सलाम वालेकुम। किवें हो जनाब? जी वालेकुम सलाम भट्टू साहब, ज़बरदस्त अलहमदुलिल्लाह। मैं बड़ा खुश हाँ तुहाडे प्रोग्राम च आके, मैं बड़ा सुनिया सी तुहाडा प्रोग्राम ते अज मैं क्या भट्टू साहब दा तुसीं मैनूं चांस दित्ता बुला के, थैंक यू वेरी मच। ये जनाब कोशिश है कि जिहड़ा पाकिस्तान दा फन है ਅਸੀਂ ਉਹਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਮੋਟ ਕਰੀਏ, ਔਰ ਇਸ ਕਾਰਨ ਟੋਰਾਂਟੋ 360 TV ਦੇ ਜਿਹੜੇ ਦਰਵਾਜ਼ੇ ਨੇ, ਉਹ ਜਿਹੜੇ ਸਾਡੇ ਪਾਕਿਸਤਾਨ ਦੇ ਸਿੰਗਰ ਨੇ, ਜਿਹੜੇ ਗਾਣਾ ਚਾਹੁੰਦੇ ਨੇ, ਆਪਣੇ ਫਨ ਨੂੰ ਪੂਰੀ ਦੁਨੀਆ ਦੇ ਰਾਹੀਂ ਪਹੁੰਚਾਉਣਾ ਚਾਹੁੰਦੇ ਨੇ, ਤੇ ਉਹਨਾਂ ਰਾਹੀਂ ਜਨਾਬ ਸਾਡਾ ਵਿਹੜਾ ਹਾਜ਼ਰ ਹੈ। ਤੇ ਅੱਜ ਇਸ ਸਿਲਸਿਲੇ ਦੀ ਜਨਾਬ ਕਰੀਏ ਕਿ ਇਮਰਾਨ ਨਿਆਜ਼ੀ ਸਾਡੇ ਮਹਿਮਾਨ ਨੇ ਔਰ ਗਾਉਂਦੇ ਨੇ। ਤੇ ਮੈਂ ਚਾਹਾਂਗਾ ਕਿ ਇਮਰਾਨ ਨਿਆਜ਼ੀ ਜਿਹੜੇ ਨਾ, ਇਹ ਚੂँਕਿ ਭੰਗੜਾ ਸਿੰਗਰ ਨੇ, ਤੇ ਜਦੋਂ ਭੰਗੜੇ ਦਾ ਨਾਮ ਆਉਂਦਾ ਹੈ ਨਾ, ਤੇ ਇੱਕ ਅਹਿਸਾਸ ਤੇ ਖੁਸ਼ੀ ਦਾ ਜਿਹੜਾ ਨਾ ਉਹ ਪੈਦਾ ਹੋ ਜਾਂਦਾ ਹੈ, ਔਰ ਖੂਨ ਦੇ ਵਿੱਚ ਜਿਹੜੀ ਨਾ ਉਹ ਗਰਮੀ ਉਹ ਆ ਜਾਂਦੀ ਹੈ। ਤੇ ਇਮਰਾਨ ਤੁਸੀਂ ਭੰਗੜਾ ਜਦੋਂ ਇਹ ਸੌਂਗ ਗਾਉਂਦੇ ਹੋ ਤੇ ਤੁਹਾਨੂੰ ਕਿਵੇਂ ਲੱਗਦਾ ਹੈ? ਮੈਨੂੰ ਆਪ ਬੜਾ ਮਜ਼ਾ ਆਉਂਦਾ ਭੱਟੂ ਸਾਹਿਬ ਗਾਉਣ ਦਾ, ਕਿਉਂਕਿ ਜਦੋਂ ਮੈਂ ਗਾਣਾ ਤੇ ਲੋਕ ਨੱਚਣ ਲੱਗ ਪੈਂਦੇ ਨੇ ਤੇ ਫਿਰ ਮੈਂ ਵੀ ਨਾਲ ਜੋਸ਼ 'ਚ ਆ ਜਾਂਦਾ ਤੇ ਬੜਾ ਮਜ਼ਾ ਆਉਂਦਾ ਭੰਗੜਾ ਗਾਉਣ ਦਾ। ਉਹ ਤਾਂ ਜਨਾਬ ਤੁਹਾਡੀ ਤਬੀਅਤ ਵੇਖ ਕੇ ਵੀ ਅੰਦਾਜ਼ਾ ਹੋ ਰਿਹਾ ਹੈ ਕਿ ਮਾਸ਼ਾਅੱਲਾ ਕਿ ਜਿਸ ਤਰ੍ਹਾਂ ਤੁਸੀਂ ਹੋ, ਤੇ ਤੁਸੀਂ ਖੂਬ ਖੁਦ ਵੀ ਨੱਚਦੇ ਹੋਵੋਗੇ ਤੇ ਦੂਸਰਿਆਂ ਨੂੰ ਵੀ ਨਚਾਉਂਦੇ ਹੋਵੋਗੇ। ਤੇ ਜਿੰਦੇ ਵਸਦੇ ਰਹੋ ਇਮਰਾਨ, ਬੜੀ ਅੱਛੀ ਗੱਲ ਹੈ। ਔਰ ਭੰਗੜੇ ਦੇ ਵਿੱਚ ਇਹ ਤੁਸੀਂ ਇਹ ਜਿਹੜਾ ਸ਼ੌਕ ਹੈ ਤੁਹਾਡਾ, ਇਹ ਵਿਰਾਸਤੀ ਹੈ, ਯਾਨੀ ਵਿਰਾਸਤ ਕੋਈ ਵੱਡੇ ਵੀ ਗਾਉਂਦੇ ਸਨ, ਜਾਂ ਕਿ ਤੁਹਾਨੂੰ ਇਹ ਸ਼ੌਕ ਕਿਵੇਂ ਲੱਗਿਆ? ਨਹੀਂ, ਬਚਪਨ ਤੋਂ ਹੀ ਮੈਂ ਗਾ ਰਿਹਾ ਸਾਂ ਤੇ ਦੋਸਤਾਂ ਨੇ ਐਪਰੀਸ਼ੀਏਟ ਕੀਤਾ ਕਿ ਤੇਰੀ ਆਵਾਜ਼ ਅੱਛੀ ਹੈ, ਤੇ ਫਿਰ ਆਹਿਸਤਾ ਆਹਿਸਤਾ ਮੈਂ ਸ਼ੋਜ਼ ਕਰਨੇ ਸਟਾਰਟ ਕੀਤੇ ਤੇ ਮਾਸ਼ਾਅੱਲਾ ਰੌਣਕਾਂ ਲੱਗ ਗਈਆਂ। ਬਿਲਕੁਲ ਜਨਾਬ, ਇਹ ਤੇ ਹੁੰਦੀ ਹੈ ਕਿ ਸ਼ੌਕ ਹੋਵੇ ਤੇ ਬੰਦਾ ਜਿਹੜਾ ਮੰਜ਼ਿਲ ਜਿਹੜੀ ਹੈ ਨਾ, ਉਹ ਮਿਹਨਤ ਵੀ ਕਰੇ ਬੰਦਾ ਨਾਲ, ਤੇ ਸ਼ੌਕ ਦੇ ਨਾਲ ਕਹਿੰਦੇ ਨੇ ਕਿ ਜਿਹੜਾ ਨਾ ਉਹ ਕਾਮਯਾਬੀਆਂ ਜਿਹੜੀਆਂ ਹੁੰਦੀਆਂ ਨੇ ਉਹ ਮੁਕੱਦਰ ਹੁੰਦੀਆਂ ਨੇ। ਤੇ ਇਮਰਾਨ ਨਿਆਜ਼ੀ ਸਾਡੇ ਜਿਹੜੇ ਵੇਖਣ ਵਾਲੇ ਵਿਊਵਰਸ ਨੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਬੇਤਾਬ ਨੇ ਕਿ ਭੰਗੜਾ ਸਿੰਗਰ ਸਾਡੇ ਕੋਲ ਮੌਜੂਦ ਨੇ। ਔਰ ਮੈਂ ਜ਼ਿਆਦਾ ਦੇਰ ਜਨਾਬ ਇਹ ਬਜਾਏ ਕਿ ਗੱਲਾਂ ਕਰਨ ਦੇ, ਮੈਂ ਚਾਹਾਂਗਾ ਕਿ ਕੋਈ ਥੋੜ੍ਹਾ ਜਿਹਾ ਜਿਹੜਾ ਤੁਸੀਂ ਗੁਨਗੁਨਾ ਕੇ ਸਾਡੇ ਵਿਊਵਰਸ ਨੂੰ ਦੱਸੋ। ਹੋ ਵਲਦੀ ਕੁੜੀਆਂ ਦੇਸੀ ਬॉयਜ਼, ਸਭ ਦੀ ਇੱਕੋ ਹੀ ਫਰਮਾਇਸ਼, ਵਲਦੀ ਕੁੜੀਆਂ ਦੇਸੀ ਬॉयਜ਼, ਸਭ ਦੀ ਇੱਕੋ ਹੀ ਫਰਮਾਇਸ਼, ਸੌਂਗ ਪੰਜਾਬੀ ਲਾਉਂਦੇ ਡੀਜੇ, ਕੋਈ ਨਾ ਟੱਚੇ ਸੀਟ ਤੇ, ਕੁੜੀ ਵਲਦੀ ਨੱਚੇ, ਵਾਹ, ਕੁੜੀ ਵਲਦੀ ਨੱਚੇ ਦੇਸੀ ਬੀਟ ਤੇ, ਕੁੜੀ ਵਲਦੀ ਨੱਚੇ ਦੇਸੀ ਬੀਟ ਤੇ। ਵਾਹ ਜੀ ਵਾਹ, ਕੀ ਬਾਤ ਹੈ ਜਨਾਬ, ਕੁੜੀ ਦੇਸੀ ਨੱਚੇ ਤੇ ਦੇਸੀ ਬੀਟ ਤੇ। ਅੱਛਾ, ਇਹ ਜਿਹੜੇ ਅਲਫਾਜ਼ ਜਿਹੜੇ ਨਾ ਬੜੇ ਐਨਰਜੈਟਿਕ ਹੁੰਦੇ ਨੇ, ਇਹਨਾਂ ਦੇ ਵਿੱਚ ਵੀ ਇੱਕ એનર્ਜੀ ਹੁੰਦੀ ਹੈ। ਔਰ ਯਕੀਨਨ ਇਹ ਗੀਤ YouTube ਤੇ ਸੋਸ਼ਲ ਮੀਡੀਆ ਤੇ ਮੌਜੂਦ ਹੈ, ਔਰ ਬਾਕੀ ਜਿਹੜੇ ਸਾਡੇ ਵਿਊਵਰਸ ਨੇ ਯਕੀਨਨ ਇਹਨੂੰ ਦੇਖਣਗੇ ਵੀ, ਮੋਨੀਟਰ ਵੀ ਕਰਨਗੇ, ਸੁਣਨਗੇ ਵੀ, ਔਰ ਸਾਨੂੰ ਦੱਸਣਗੇ ਵੀ। ਤੇ ਇਹ ਜਿਹੜੇ ਅਲਫਾਜ਼ ਹੁੰਦੇ ਨੇ ਨਾ ਬੜੇ ਗਰਮਜੋਸ਼ੀ ਜਿਹੜੇ, ਤੁਸੀਂ ਇਹ ਸ਼ਾਇਰੀ ਕੌਣ ਕਰਦਾ, ਲਿਖਦਾ ਕੌਣ ਹੈਗਾ? ਸ਼ਾਇਰੀ ਤੇ ਲਿਖਵਾਈ ਦੀ ਹੈ ਜੀ, ਕਿਉਂਕਿ ਅਸੀਂ ਆਪ ਤੇ ਇੰਨੀ ਅੱਛੀ ਸ਼ਾਇਰੀ ਨਹੀਂ ਕਰ ਸਕਦੇ, ਤੇ ਇਹ ਤੇ ਸ਼ਾਇਰ ਦਾ ਹੀ ਕਮਾਲ ਹੁੰਦਾ ਸਰ। ਬਿਲਕੁਲ ਜੀ, ਇਹ ਲਫ਼ਜ਼ਾਂ ਨੂੰ ਜਿਹੜਾ ਨਾ ਉਹ ਜਿਹੜੀ ਤੁਹਾਡੀ ਕੈਫੀਅਤ ਹੁੰਦੀ ਉਹਦੇ ਵਿੱਚ ਪਰੋ ਦਿੰਦਾ, ਤੇ ਸ਼ਾਇਰ ਦਾ ਹੀ ਕੰਮ ਹੈ। ਤੇ ਤੁਹਾਨੂੰ ਇਹ ਜਿਹੜਾ ਸ਼ੌਕ ਸੀ ਬਚਪਨ ਤੋਂ ਹੈ, ਤੁਹਾਡੇ ਦੋਸਤਾਂ ਨੇ ਹੌਸਲਾ ਅਫਜ਼ਾਈ ਕੀਤੀ, ਤੁਸੀਂ ਇਹਨੂੰ ਅੱਗੇ ਲੈ ਕੇ ਟੁਰੇ। ਤੇ ਇਮਰਾਨ ਨਿਆਜ਼ੀ
ਤੁਸੀਂ ਕੀ ਸਮਝਦੇ ਹੋ ਫਿਊਚਰ ਕੀ ਹੈ ਭੰਗੜੇ ਦਾ ਪਾਕਿਸਤਾਨ ਦੇ ਵਿੱਚ ਔਰ ਦੁਨੀਆ ਦੇ ਵਿੱਚ? ਤੁਸੀਂ ਇਸ ਫਨ ਨੂੰ ਕਿੱਥੇ ਦੇਖਦੇ ਹੋ? ਇਹਦੀ ਤਰੱਕੀ ਦਾ ਰਾਜ਼ ਅੱਗੇ ਤੁਸੀਂ ਕੀ ਦੇਖਦੇ ਹੋ ਇਸ? ਸਰ ਤਰੱਕੀ ਦਾ ਰਾਜ਼ ਇਹੀ ਹੈ ਕਿ ਅਗਰ ਕੋਈ ਗਾਣਾ ਤੁਹਾਡਾ ਹਿੱਟ ਹੋ ਜਾਏ ਤੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੈ, ਵਰਨਾ ਅਗਰ ਤੁਸੀਂ ਨਹੀਂ ਹਿੱਟ ਹੋ ਸਕੇ ਤੇ ਸਿੰਗਿੰਗ ਦਾ ਕੋਈ ਫਾਇਦਾ ਨਹੀਂ। ਕਦੀ ਇਹ ਵੀ ਫੀਲ ਹੋਇਆ ਤੁਹਾਨੂੰ ਕਿ ਤੁਸੀਂ ਜਦੋਂ ਭੰਗੜਾ ਗਾਉਂਦੇ ਹੋ ਤੇ ਕੋਈ ਬਹੁਤ ਸਾਰੇ ਲੋਕ ਹੁੰਦੇ ਨੇ, ਹਰ ਬੰਦੇ ਨੂੰ ਤੇ ਹਰ ਚੀਜ਼ ਪਸੰਦ ਨਹੀਂ ਹੁੰਦੀ, ਤੇ ਕਿਸੇ ਤੁਹਾਡੇ ਤੇ ਇਤਰਾਜ਼ ਕੀਤਾ ਰਿਹਾ, ਤੁਸੀਂ ਬੜਾ ਦਿਲ ਟੁੱਟ ਗਿਆ ਹੋਵੇ ਕਿ ਨਹੀਂ ਯਾਰ ਅੱਜ ਤੋਂ ਬਾਅਦ ਨਾ ਇਹ ਕੰਮ ਨਹੀਂ ਕਰਨਾ, ਕੋਈ ਹੋਰ ਕੰਮ ਕਰ ਲੈ? ਨਹੀਂ ਬੱਟੂ ਸਾਹਿਬ, ਐਕਚੁਅਲੀ ਸਿੰਗਰ ਜਿਹੜਾ ਹੁੰਦਾ ਨਾ, ਮੈਂ ਸਿੰਗਰ ਆ ਜੀ ਜੀ, ਮੈਂ ਜਿਸ ਆਡੀਅੰਸ 'ਚ ਜਾਣਾ ਨਾ, ਮੈਂ ਉਸ ਕੈਟਾਗਰੀ ਦੇ ਸੌਂਗਸ ਗਾਣਾ। ਠੀਕ ਹੈ। ਲੈਟਸ ਸਪੋਜ਼ ਫੈਸ਼ਨ ਸ਼ੋ ਹੈ, ਮੈਂ ਉੱਥੇ ਪਰਫਾਰਮ ਕਰਨਾ, ਮੈਂ ਕਾਲਜਸ 'ਚ ਪਰਫਾਰਮ ਕਰਨਾ, ਉੱਥੇ ਜ਼ਿਆਦਾ ਯੰਗ ਕਰਾਊਡ ਹੁੰਦਾ ਹੈ ਜੀ ਜੀ, ਉੱਥੇ ਭੰਗੜਾ ਚੱਲਦਾ। ਅਗਰ ਕੋਈ ਮਹਿਫਿਲ ਹੈ ਤੇ ਉੱਥੇ ਜ਼ਿਆਦਾ ਪੁਰਾਣੇ ਸੌਂਗ ਗਾਏ ਨੇ। ਹਾਂ। ਯਾਨੀ ਤੁਸੀਂ ਅਗਰ ਅਸੈਸ ਕਰ ਲਓ ਨਾ ਕਿ ਆ ਕਰਾਊਡ ਕੀ ਜਾ ਰਿਹਾ ਤੇ ਉੱਥੇ ਉਹੀ ਗਾਣਾ ਯਾਨੀ ਤੁਸੀਂ ਲੋਕਾਂ ਦੇ ਦਿਲਾਂ ਦੀ ਕੈਫੀਅਤ ਨੂੰ ਜੀ, ਜਾਣ ਲੈਂਦੇ ਹੋ ਜੀ। ਕਿ ਲੋਕ ਕੀ ਸੁਣਨਾ ਚਾਹੁੰਦੇ ਨੇ, ਕੀ ਵੇਖਣਾ ਚਾਹੁੰਦੇ ਨੇ, ਔਰ ਉਸ ਦੇ ਮੁਤਾਬਿਕ ਤੁਸੀਂ ਆਪਣੇ ਆਪ ਨੂੰ ਢਾਲ ਲੈਂਦੇ ਹੋ। ਤੇ ਬਾਕੀ ਜਨਾਬ ਦਿਲ ਨੂੰ ਦਿਲ ਤੱਕ ਰਾਹ ਹੁੰਦੀ ਹੈ। ਔਰ ਜਿਹੜੇ ਇਹ ਹੁੰਦੇ ਨੇ ਨਾ ਗਾਇਕ ਹੁੰਦੇ ਨੇ, ਜਿਹੜੇ ਸਾਡੇ ਆਰਟਿਸਟ ਹੁੰਦੇ ਨੇ, ਇਹ ਵੀ ਸਫੀਰ ਹੁੰਦੇ ਨੇ ਅਮਨ ਦੇ, ਤੇ ਦਿਲਾਂ ਦੇ ਸਫੀਰ, ਦਿਲਾਂ ਦਾ ਰਾਜ਼ ਜਿਹੜਾ ਹੈ ਨਾ ਇਹ ਜਾਣਦੇ ਨੇ। ਔਰ ਇਸ ਤਰ੍ਹਾਂ ਇਹ ਤੋਂ ਹੀ ਮੁਤਾਸਰ ਹੋ ਕੇ ਜਨਾਬ ਜਿਹੜੀ ਉਹ ਦਿਲ ਤੋਂ ਆਵਾਜ਼ ਨਿਕਲਦੀ ਹੈ ਨਾ, ਉਹ ਕਹਿੰਦੇ ਨੇ ਕਿ ਉਹ ਅਸਰ ਰੱਖਦੀ ਹੈ। ਅੱਛਾ ਇਮਰਾਨ ਨਿਆਜ਼ੀ, ਸਰ ਕਿ ਤੁਸੀਂ ਜਦੋਂ ਗਾਣਾ ਸ਼ੁਰੂ ਕੀਤਾ ਪਹਿਲੀ ਦਫਾ ਤੁਸੀਂ ਮੀਡੀਆ ਤੇ ਆਏ, ਕਿਸੇ ਟੈਲੀਵਿਜ਼ਨ ਚੈਨਲ ਤੇ ਜਾਂ ਰੇਡੀਓ ਤੇ ਜਦੋਂ ਆਏ, ਤੇ ਤੁਸੀਂ ਕੀ ਮਹਿਸੂਸ ਕਰ ਰਹੇ ਸੀ, ਕਿਵੇਂ ਲੱਗ ਰਿਹਾ ਸੀ? ਫਿਲਹਾਲ ਤੇ ਮੇਰੀਆਂ ਲੱਤਾਂ ਕੰਮ ਰਹੀਆਂ ਸਰ, ਲੇਕਿਨ ਮੈਂ ਲੋਕਾਂ ਦਾ ਰਿਸਪੌਂਸ ਅੱਛਾ ਦੇਖਿਆ ਤੇ ਮੈਂ ਕਿਹਾ ਠੀਕ ਹੈ। ਐਕਚੁਅਲੀ ਨਾ ਮੇਰੇ ਬੇਸਿਕਲੀ ਮੈਨੂੰ ਜਿਹੜੇ ਫੇਵਰਿਟ ਸਿੰਗਰ ਹੈ ਨਾ, ਉਹ ਕਿਸ਼ੋਰ ਕੁਮਾਰ ਨੇ ਜੀ। ਇਹਦੇ ਉੱਤੇ ਅਸੀਂ ਮੈਂ ਤੁਹਾਡੇ ਨਾਲ ਅਗਲੇ ਜਿਹੜੇ ਨਾਲ ਬਿਲਕੁਲ ਗੱਲ ਕਰਾਂਗੇ। ਜੀ। ਹਾਂ ਬਿਲਕੁਲ, ਤੁਹਾਡੇ ਤੋਂ ਬਲਕਿ ਮੈਨੂੰ ਪਤਾ ਲੱਗਿਆ ਕਿ ਤੁਸੀਂ ਕਿਸ਼ੋਰ ਕੁਮਾਰ ਸਾਹਿਬ ਨੂੰ ਬੜਾ ਸੋਹਣਾ ਗਾਉਂਦੇ ਹੋ, ਤੇ ਅੱਛੀ ਗੱਲ ਹੈ ਜਨਾਬ ਕਿਸੇ ਤੋਂ ਮੁਤਾਸਰ ਹੋਣਾ ਔਰ ਅੱਗੇ ਉਹਨੂੰ ਕਾਪੀ ਕਰਨਾ ਔਰ ਉਹਦੇ ਵਿੱਚ ਇੱਕ ਆਪਣੇ ਫਨ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਉਣਾ, ਇਹ ਵੀ ਇੱਕ ਕਮਾਲ ਹੁੰਦਾ ਹੈ। ਤੇ ਤੁਸੀਂ ਕਿਤਨੇ ਅਰਸੇ ਤੋਂ ਇਸ ਫੀਲਡ ਦੇ ਵਿੱਚ? ਮੈਂ ਸਰ ਕੋਈ 14-15 ਸਾਲ ਹੋ ਗਏ ਨੇ ਪ੍ਰੋਫੈਸ਼ਨਲੀ ਗਾ ਰਿਹਾ ਮਾਸ਼ਾਅੱਲਾ ਜੀ। ਕਨਸਰਟਸ, ਫੈਸ਼ਨ ਸ਼ੋਜ਼, ਕਾਲਜਸ, ਹਰ ਜਗ੍ਹਾ ਤੇ ਪਰਫਾਰਮ ਕਰ ਰਹੇ ਹਾਂ, ਟੀਵੀ ਚੈਨਲਸ ਤੇ ਹਰ ਜਗ੍ਹਾ ਤੇ। ਗੁੱਡ, ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ। ਔਰ ਇਹ ਚੀਜ਼ਾਂ ਹੁੰਦੀਆਂ ਨੇ ਕਿ ਤੇ ਤੁਸੀਂ 14-15 ਸਾਲ ਦੀ ਜਿਹੜੀ ਤੁਹਾਡਾ ਇਹ ਸਫ਼ਰ ਹੈ, ਇਹ ਜਿਹੜਾ ਫਨ ਦਾ ਸਫ਼ਰ ਹੈ, ਜੀ। ਉਹਦੇ ਵਿੱਚ ਤੁਸੀਂ ਕੀ ਵੇਖਿਆ? ਅਰੂਜ ਵੀ ਹੁੰਦਾ ਹੈ ਬੰਦੇ ਨੂੰ, ਜ਼ਵਾਲ ਵੀ ਹੁੰਦਾ ਹੈ, ਤੇ ਕਦੀ ਯਾਨੀ ਤੁਸੀਂ ਜਿਹੜੀ ਧੁਨ ਬਣਾਉਂਦੇ ਹੋ, ਆਪਣਾ ਜਿਹੜੀ ਸ਼ਾਇਰੀ ਤੁਹਾਨੂੰ ਮਿਲਦੀ ਹੈ ਉਹਦੇ ਉੱਤੇ, ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਇਹ ਤਖਲੀਕ ਕਰ ਲੈਂਦੇ ਹੋ ਕਿ ਇਹ ਚੀਜ਼ ਕੀ ਇਸ ਤਰ੍ਹਾਂ ਬਣ ਜਾਏਗੀ? ਸਰ ਇੱਕ ਸ਼ਾਇਰ ਹੁੰਦਾ ਹੈ ਜੀ। ਫਿਰ ਉਹਦੇ ਬਾਅਦ 뮤직 ਡਾਇਰੈਕਟਰ ਬੈਠਾ ਹੁੰਦਾ, ਫਿਰ ਅਸੀਂ ਨਾਲ ਬੈਠੇ ਹੋਈਦਾ, ਫਿਰ ਉਹ ਤਿੰਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਇੱਕ Song ਤਿਆਰ ਹੁੰਦਾ ਹੈ। ਠੀਕ ਹੈ। ਔਰ ਬੜੀ ਮਿਹਨਤ ਕਰਨੀ ਪੈਂਦੀ ਹੈ। ਫਿਰ 뮤직 ਡਾਇਰੈਕਟਰ ਹੁੰਦਾ ਹੈ, ਜੀ। ਫਿਰ ਅਸੀਂ ਸਾਰੇ ਬੈਠ ਕੇ ਕੋਆਰਡੀਨੇਟ ਕਰਕੇ ਤੇ ਇੱਕ Song ਬਣਾते हैं। ਠੀਕ ਹੈ। ਔਰ Song ਹੁਣ ਮੈਂ ਲਾਈਵ ਸ਼ੋਜ਼ ਕਰਨਾ ਨਾ, ਤੇ Songs ਅਸੀਂ ਬਣਾਉਂਦੇ ਹਾਂ ਲੋਕਾਂ ਨੂੰ ਮੱਦੇ ਨਜ਼ਰ ਰੱਖ ਕੇ, ਠੀਕ ਹਰ ਹੈ। ਕਿਸਮ ਦਾ ਕਰਾਊਡ। ਯਾਨੀ ਭੰਗੜੇ 'ਚ ਉਹਨੇ ਬਜ਼ੁਰਗ ਤੇ ਨਹੀਂ ਨਾ ਸ਼ਾਮਿਲ ਹੁੰਦੇ, ਲੇਕਿਨ ਬਜ਼ੁਰਗ ਵੀ ਇੰਜੋਏ ਕਰ ਰਹੇ ਹੁੰਦੇ। ਬਿਲਕੁਲ ਭੰਗੜੇ ਭੰਗੜਾ ਦੇ ਕੈਸੀ ਜੀ ਚੀਜ਼? ਜੀ ਭੰਗੜੇ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਜਦੋਂ ਧਮਾਲ ਟਾਈਪ ਚੀਜ਼ ਆ ਜਾਂਦੀ ਵਿੱਚ ਜੀ, ਜੀ। ਔਰ ਨੱਚਣ ਦੀ ਗੱਲ ਆਉਂਦੀ, ਤੇ ਉਸ ਵੇਲੇ ਜਨਾਬ ਵੱਡਾ ਕੀ ਛੋਟਾ ਕੀ ਸਾਰੇ ਜਿਹੜੇ ਨੇ ਉਸ ਵੇਲੇ ਉਹ ਇੱਕ ਐਸਾ ਜੋਸ਼ ਹੁੰਦਾ ਹੈ ਕਿ ਐਸੀ ਕੈਫੀਅਤ ਹੋ ਜਾਂਦੀ ਹੈ ਕਿ ਜਿਹਦੇ ਵਿੱਚ ਜਿਹੜਾ ਨਾ ਬੰਦਾ ਇੰਜੋਏ ਕਰਦਾ ਹੈ। ਤੇ ਹੁਣ ਤੁਸੀਂ ਅਗਲਾ ਸਾਡਾ ਜਿਹੜਾ ਆਈਟਮ ਹੈ ਉਹ ਕਿਹੜਾ ਸੁਣਾਉਣ ਲੱਗੇ ਹੋ? ਮੈਂ ਹੁਣ ਤੁਹਾਨੂੰ ਇੱਕ ਕਿਸ਼ੋਰ ਕੁਮਾਰ ਦਾ ਸੁਣਾਉਣਾ। ਚਲੋ ਜੀ, ਤੁਹਾਡੀ ਖਾਹਿਸ਼ ਹੈ ਤੇ ਜਨਾਬ ਸਿਰ ਜੀ। ਮੱਥੇ ਤੇ। तेरे जैसा यार कहाँ ऐसा याराना, याद करेगी दुनिया तेरा मेरा अफसाना, तेरे जैसा यार कहाँ ऐसा क्या बात है। और इस ਦੇ ਨਾਲ ਹੀ ਜਨਾਬ ਕਿ ਬ੍ਰੇਕ ਵੱਲ ਵਧਨੇ ਆ ਤੇ ਮਿਲਨੇ ਆ ਜਨਾਬ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕਿਤੇ ਨਹੀਂ ਜਾਣਾ, ਸਾਡੇ ਨਾਲ ਰਹਿਣਾ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜਨਾਬ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਆਪਣਾ ਮਨ ਭਾਵਨਾ ਮਨਪਸੰਦ ਪ੍ਰੋਗਰਾਮ ਪੰਜਾਬ ਰੰਗ, ਔਰ ਤੁਹਾਡਾ ਮਿੱਤਰ ਜਾਵੇਦ ਵੱਟੂ ਹਮੇਸ਼ਾ ਲਈ ਤੁਹਾਡੇ ਲਈ ਖੈਰਾ ਮੰਗਦਾ ਤੁਹਾਡੇ ਨਾਲ। ਔਰ ਅੱਜ ਦੇ ਸਾਡੇ ਜਨਾਬ ਇਸ ਵਿਹੜੇ ਦੇ ਵਿੱਚ ਜਿਹੜੇ ਪ੍ਰਾਹੁਣੇ ਨੇ ਇਮਰਾਨ ਨਿਆਜ਼ੀ ਸਾਹਿਬ ਨੇ, ਟੋਰਾਂਟੋ 360 TV ਦੇ ਅੱਜ ਮਹਿਮਾਨ ਨੇ ਪ੍ਰੋਗਰਾਮ ਪੰਜਾਬ ਰੰਗ ਦੇ ਵਿੱਚ, ਤੇ ਬੜੀਆਂ ਰੌਣਕਾਂ ਲਾਈਆਂ ਨੇ, ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਨੇ। ਔਰ
ਇਹ ਮਾਂ ਬੋਲੀ ਦੀ ਗੱਲ ਹੈ। ਪੰਜਾਬੀ ਜਿੱਥੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਵੱਸਦਾ ਹੈ, ਆਪਣੇ ਰਸਮਾਂ ਰਿਵਾਜਾਂ ਤੇ ਰੀਤਾਂ ਦੇ ਰਾਹੀਂ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ। ਤੇ ਇਹ ਸਾਡੇ ਜਨਾਬ ਰੰਗ ਨੇ, ਸੋਹਣੇ ਸੋਹਣੇ ਰੰਗ ਨੇ, ਇਹ ਮੁਹੱਬਤ ਤੇ ਪਿਆਰ ਦੇ ਰੰਗ ਨੇ। ਇਸ ਕਾਇਨਾਤ ਨੂੰ ਰੱਬ ਸੋਹਣੇ, ਰੱਬ ਸੱਚੇ ਨੇ ਪਿਆਰ ਦੇ ਨਾਲ ਸਜਾਇਆ ਹੈ। ਤੇ ਇਸੇ ਤਰ੍ਹਾਂ ਜਨਾਬ ਨਿਆਜ਼ੀ ਸਾਹਿਬ ਬੜੀ ਸੋਹਣੀ ਤੁਸੀਂ ਗੱਲ ਕਰ ਰਹੇ ਸੋ ਕਿ ਇਹ ਜਿਹੜਾ ਸ਼ੌਕ ਹੁੰਦਾ ਹੈ ਨਾ ਦਿਲ ਦੇ ਵਿੱਚ ਹੁੰਦਾ ਹੈ, ਔਰ ਸ਼ੌਕ ਦੀ ਤਕਮੀਲ ਵਾਸਤੇ ਇਨਸਾਨ ਕੀ ਕੁਝ ਨਹੀਂ ਕਰਦਾ। ਤੇ ਤੁਹਾਨੂੰ ਪਤਾ ਸੀ ਸ਼ੁਰੂ ਦੇ ਵਿੱਚ ਕਿ ਤੁਸੀਂ ਸਿੰਗਰ ਬਣ ਜਾਓਗੇ? ਕੋਈ ਹੋਰ ਵੀ ਬੰਦੇ ਦਾ ਇਰਾਦਾ ਹੁੰਦਾ, ਡਾਕਟਰ ਬਣਨ ਦਾ, ਕੋਈ ਇੰਜੀਨੀਅਰ ਬਣਨ ਦਾ, ਜਾਂ ਕਿਸੇ ਹੋਰ ਡਿਪਾਰਟਮੈਂਟ ਵਿੱਚ ਜੌਬ ਕਰਨ ਦਾ? ਵੈਸੇ ਜੌਬ ਵੀ ਮੈਂ ਕਰਨਾ ਬੱਟੂ ਸਾਹਿਬ, ਮਾਸ਼ਾਅੱਲਾ। ਔਰ ਪਹਿਲੇ ਮੈਂ ਬੇਸਿਕਲੀ ਕ੍ਰਿਕਟ ਖੇਡਦਾ ਸਾਂ। ਅੱਛਾ, ਤੇ ਨਾਲ ਹਲਕੇ ਹਲਕਾ ਸਿੰਗਿੰਗ ਦਾ ਸ਼ੌਕ ਸੀ, ਲੇਕਿਨ ਹੁਣ ਮੈਂ ਪ੍ਰੋਫੈਸ਼ਨਲੀ ਕਰ ਰਿਹਾ ਹਾਂ। ਅੱਛਾ, ਯਾਨੀ ਉਹ ਪਹਿਲੇ ਸ਼ੌਕ ਸੀ, ਫਿਰ ਜਦੋਂ ਪੈਸਾ ਮਿਲਣਾ ਸ਼ੁਰੂ ਹੋਇਆ ਤਾਂ ਮੈਂ ਕਿਹਾ ਯਾਰ ਇਹ ਤੇ ਪ੍ਰੋਫੈਸ਼ਨ ਨਹੀਂ ਹੋ, ਤੇ ਉਹਨੂੰ ਫਿਰ ਪ੍ਰੋਪਰ ਮੈਂ ਤਿਆਰੀ ਕਰਕੇ ਸਿੰਗਿੰਗ ਕਰ ਰਿਹਾ। ਗੁੱਡ, ਵੈਰੀ ਗੁੱਡ, ਬੜੀ ਅੱਛੀ ਗੱਲ ਹੈ। ਬੜੀ ਖੁਸ਼ੀ ਹੈ ਕਿ ਤੁਸੀਂ ਤਿਆਰੀ ਦੇ ਨਾਲ, ਕਿਉਂਕਿ ਅੱਜ ਕੱਲ੍ਹ ਹੁੰਦਾ ਹੈ ਕਿ ਲੋਕਾਂ ਨੇ ਜੋ ਸੋਸ਼ਲ ਮੀਡੀਆ ਸਾਡਾ ਦੌਰ ਹੈ, ਔਰ ਉਹਦੇ ਵਿੱਚ ਇਹ ਹੁੰਦਾ ਇਸ ਤਰ੍ਹਾਂ ਹੋ ਜਾਂਦਾ ਕਿ ਬਾਜ਼ ਦਫਾ ਕਿ ਦੇਖਾ ਦੇਖੀ ਜਿਹੜਾ ਹੈ ਨਾ, ਇੱਕ ਕੱਟ ਕਰਕੇ ਐਡੀਟਿੰਗ ਕਰਕੇ ਇੱਕ ਛੋਟਾ ਜਿਹਾ ਕਲਿੱਪ ਬਣਾਇਆ ਜਨਾਬ, ਤੇ ਇੱਕ ਆਪਣਾ ਜਿਹੜਾ ਨਾ ਉਹ ਗਾਣਾ ਅਪਲੋਡ ਸੋਸ਼ਲ ਮੀਡੀਆ 'ਤੇ ਅਪਲੋਡ ਕਰਤਾ, ਔਰ ਬਾਅਦ ਵਿੱਚ ਜਨਾਬ ਸਿੰਗਰ ਬਣ ਗਏ। ਤੇ ਤੁਸੀਂ ਉਹਨਾਂ ਸਿੰਗਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਿੰਗਰ ਹੁੰਦੇ ਨੇ, ਉਹਨਾਂ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਉਹਨਾਂ ਦਾ ਫਿਊਚਰ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ? ਸਰ ਬੱਟੂ ਸਾਹਿਬ, ਮੈਂ ਤੁਹਾਨੂੰ ਦੱਸਿਆ ਕਿ ਸਿੰਗਰ ਕੋਈ ਵੀ ਹੋਏ, ਉਹ ਕਲਾਸੀਕਲ ਹੋਏ ਜਾਂ ਭੰਗੜਾ ਹੋਏ ਜਾਂ ਵਟ ਐਵਰ, ਉਹ ਜਦੋਂ ਦੀ ਕੋਈ ਚੀਜ਼ ਕਲਿੱਕ ਕਰ ਗਈ ਤੇ ਉਹ ਸਿੰਗਰ ਹੈ, ਉਹਦਾ ਮਤਲਬ ਫਿਊਚਰ ਸੈੱਟ ਹੋ ਗਿਆ। ਨਹੀਂ ਕਲਿੱਕ ਹੋਈ ਤੇ ਭਾਵੇਂ ਤੁਸੀਂ ਸਾਰੀ ਜ਼ਿੰਦਗੀ ਸਿੰਗਿੰਗ ਤੇ ਮਿਹਨਤ ਕੀਤੀ ਹੋਏ, ਉਹ ਬੇਕਾਰ ਹੈ। ਲੇਕਿਨ ਮੇਰਾ ਸਿੰਗਰਸ ਨੂੰ, ਮਾਡਲਸ ਨੂੰ ਇਹੀ ਮਸ਼ਵਰਾ ਹੈ ਕਿ ਕਾਈਂਡਲੀ ਤੁਸੀਂ ਲੋਕ ਸਿੰਗਿੰਗ ਕਰੋ, ਲੇਕਿਨ ਇਹਨੂੰ ਇੰਜੋਇਮੈਂਟ ਰੱਖੋ, ਨਾਲ ਆਪਣਾ ਜੌਬ ਕਰਦੇ ਰਹੋ ਤਾਂ ਕਿ ਤੁਹਾਡਾ ਕਿਚਨ ਚੱਲਦਾ ਰਹੇ। ਐਸਾ ਹੀ, ਕਿਉਂਕਿ ਸਿੰਗਿੰਗ ਦੇ ਹਾਲਾਤ ਬੱਟੂ ਸਾਹਿਬ ਕੋਲ ਐਡੇ ਅੱਛੇ ਨਹੀਂ ਗਏ ਸਾਡੇ ਮੁਲਕ 'ਚ। ਠੀਕ ਹੈ। ਤੇ ਮੈਂ ਕੁਝ ਦੇਖਿਆ ਐਡੇ ਅੱਛੇ ਸਿੰਗਰਸ, ਕਲਾਸੀਕਲ ਸਿੰਗਰਸ ਵਿਚਾਰੇ, ਕਿਉਂਕਿ ਸਿੰਗਰਾਂ ਫਨਕਾਰਾਂ ਕੋਲ ਫਿਰ ਜੌਬ ਵੀ ਨਹੀਂ ਹੁੰਦੀ, ਇਹਨਾਂ ਦਾ ਬੜਾ ਡਰੋਬੈਕ ਹੈ। ਬਿਲਕੁਲ। ਤੇ ਮੇਰੀ ਇਹੀ ਹੈ ਕਿ ਬੱਟੂ ਸਾਹਿਬ ਸਿੰਗਿੰਗ ਦੇ ਨਾਲ ਤੁਸੀਂ ਨਾਲ ਆਪਣਾ ਬਿਜ਼ਨਸ ਜਾਂ ਕੋਈ ਜੌਬ ਜ਼ਰੂਰ ਕਰੋ। ਬਿਲਕੁਲ ਸਹੀ ਗੱਲ ਹੈ ਕਿ ਲੇਕਿਨ ਦੇਖੋ ਨਾ ਕਿ ਮੁਸ਼ਕਿਲ ਵੇਲਾ ਜਿਹੜਾ ਹੁੰਦਾ ਹੈ ਨਾ, ਉਹਨੂੰ ਜਵਾਨ ਮਰਦੀ ਦੇ ਨਾਲ ਗੁਜ਼ਾਰਨਾ, ਜੀ ਮਿਹਨਤ ਕਰਨਾ, ਔਰ ਮਿਹਨਤ ਤੋਂ ਬਾਅਦ ਜਦੋਂ ਨਿਖਾਰ ਆਉਂਦਾ ਤੇ ਫਿਰ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ, ਜਿਹੜੇ ਉਹ ਦੁੱਖ ਹੁੰਦੇ ਨੇ, ਜਿਹੜੀਆਂ ਭੁੱਖਾਂ ਔਰ ਤੱਸਾਂ ਬਰਦਾਸ਼ਤ ਕੀਤੀਆਂ ਹੁੰਦੀਆਂ ਨੇ ਨਾ, ਉਹ ਫਿਰ ਜਨਾਬ ਭੁੱਲ ਜਾਂਦੀਆਂ ਨੇ। ਕਿਉਂ ਜੇ ਔਰ ਬੜੀ ਅੱਛੀ ਗੱਲ ਹੈ, ਬੜੀ ਚੰਗੀ ਗੱਲ ਕੀਤੀ ਤੁਸੀਂ ਕਿ ਜਿਹੜੇ ਸਿੰਗਰ ਨੇ ਸਾਡੇ, ਉਹਨਾਂ ਨੂੰ ਸਭ ਤੋਂ ਪਹਿਲੇ ਆਪਣੀ ਰੋਜ਼ੀ ਰੋਟੀ ਦਾ ਕੋਈ ਐਸਾ ਬੰਦੋਬਸਤ ਕਰ ਲੈਣਾ ਚਾਹੀਦਾ ਹੈ ਕਿ ਉਹਦੇ ਵਿੱਚ ਹੋ ਕੇ ਉਹਨੂੰ ਸਿਰਫ ਇੰਜੋਇਮੈਂਟ ਦੇ ਤੌਰ ਤੇ। ਅਗਰ ਤੁਹਾਡਾ ਕਿਚਨ ਚੱਲਦਾ ਰਹੇ ਨਾ ਬੱਟੂ ਸਾਹਿਬ, ਤੇ ਤੁਸੀਂ ਫਿਰ ਸਿੰਗਿੰਗ ਨੂੰ ਇੰਜੋਏ ਕਰਦੇ ਹੋ, ਤੁਸੀਂ ਵੀਡੀਓਜ਼ ਕਰਦੇ ਹੋ, ਤੁਸੀਂ ਕਨਸਰਟਸ ਕਰਦੇ ਹੋ, ਲੇਕਿਨ ਅਗਰ ਤੁਹਾਡਾ ਕਿਚਨ ਨਹੀਂ ਨਾ ਚੱਲ ਰਿਹਾ ਤੇ ਸਿੰਗਰ ਵੀ ਵਿਚਾਰਾ ਬੇਕਾਰ ਹੋ ਜਾਂਦਾ, ਉਹ ਵੀ ਮਤਲਬ ਭੁੱਖੀ ਸਿੰਗਿੰਗ ਕਰੇਗਾ। ਸਹੀ, ਇਸ ਵਾਸਤੇ ਨਾ ਜੌਬ ਸਿੰਗਿੰਗ ਦੇ ਨਾਲ ਬਹੁਤ ਜ਼ਰੂਰੀ। ਇਹ ਕਲਮੀਆਂ ਇੱਕ ਬੜੀ ਗੱਲ ਹੈ ਜਨਾਬ ਕਿ ਵਾਕਈ ਬਹੁਤ ਸਾਰੇ ਐਸੇ ਸਿੰਗਰ ਨੇ ਸਾਡੇ ਜਿਨ੍ਹਾਂ ਨੂੰ ਰੱਬ ਸੋਹਣੇ ਨੇ ਆਵਾਜ਼ ਦੀ ਜਿਹੜੀ ਉਹ ਨਿਮਤ ਨਵਾਜ਼ਿਆ ਹੈ, ਉਹਨਾਂ ਕੋਲ ਇਹ ਚੀਜ਼ ਮੌਜੂਦ ਹੈ। ਲੇਕਿਨ ਇਸ ਫਨ ਨੂੰ ਪ੍ਰਮੋਟ ਕਰਨ ਵਾਲਾ ਕੋਈ ਐਸਾ ਬੰਦਾ, ਚੰਗਾ ਬੰਦਾ ਮਿਲ ਜਾਵੇ, ਕੋਈ ਐਸਾ ਪ੍ਰੋਡਿਊਸਰ ਦੀ ਕਿਸੇ ਦੀ ਨਜ਼ਰ ਪਏ, ਕਿਸਮਤ ਦੀ ਗੱਲ ਹੁੰਦੀ ਨਾ ਹੋ ਜਾਵੇ, ਤਾਂ ਉਹਨੂੰ ਪਾਲਿਸ਼ ਕਰਦੇ ਤੇ ਉਹਨੂੰ ਫਨ ਜਿਹੜਾ ਨਾ ਉਹ ਪੂਰੀ ਦੁਨੀਆ ਦੇ 'ਚ ਇੰਟਰੋਡਿਊਸ ਕਰਵਾ ਦਿੰਦੇ ਨੇ, ਫਨ ਦੀ ਬੁਲੰਦੀਆਂ ਤੱਕ ਪਹੁੰਚਾ ਦਿੰਦੇ ਨੇ। ਤੇ ਕੁਝ ਐਸੇ ਹੀਰੇ ਜਿਹੜੇ ਰੁਲ ਰਹੇ ਨੇ ਜਿਨ੍ਹਾਂ ਨੂੰ ਲੋਕ ਪ੍ਰਮੋਟ ਨਹੀਂ ਕਰਦੇ। ਤੇ ਜਨਾਬ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਦਾ ਦੌਰ ਵੀ ਹੈ ਕਿ ਤੁਸੀਂ ਆਪਣੀ ਵੀਡੀਓਜ਼ ਬਣਾਓ, ਔਰ ਅਗਰ ਤੁਹਾਡੀ ਆਵਾਜ਼ ਦੇ ਵਿੱਚ ਜਾਨ ਹੈ, ਤੁਹਾਡੇ ਫਨ ਦੇ ਵਿੱਚ ਕੋਈ ਐਸੀ ਚੀਜ਼ ਕਲਿੱਕ ਕਰ ਜਾਂਦੀ ਹੈ, ਕੋਈ ਚੀਜ਼ ਜਿਸ ਤਰ੍ਹਾਂ ਨਿਆਜ਼ ਸਾਹਿਬ ਨੇ ਦੱਸਿਆ ਹੈ, ਤੇ ਯਕੀਨਨ ਜਿਹੜੀ ਨਾ ਕਾਮਯਾਬੀ ਜਿਹੜੀ ਨਾ ਹੁਣ ਤੇ ਬੜਾ ਆਸਾਨ ਹੋ ਗਿਆ ਹੈ। ਕੀ ਖਿਆਲ ਹੈ? ਹਾਂਜੀ ਬਿਲਕੁਲ, ਬੜੀ ਐਪਸ ਆ ਗਈਆਂ ਨੇ ਜਿਹਦੇ YouTube ਵਗੈਰਾ ਤੁਸੀਂ ਅਪਲੋਡ ਕਰ ਲੈਂਦੇ ਹੋ। ਲੇਕਿਨ ਬੱਟੂ ਸਾਹਿਬ ਤੁਹਾਡੇ ਚੈਨਲ ਦਾ ਥੈਂਕਸ ਕਿ ਤੁਸੀਂ ਨਵੇਂ ਲੜਕਿਆਂ ਨੂੰ, ਨਵੇਂ ਕੁੜੀਆਂ ਮੁੰਡਿਆਂ ਨੂੰ ਚਾਂਸ ਦੇ ਰਹੇ ਹੋ, ਇੱਥੇ ਆ ਕੇ ਆਪਣਾ ਗਾਣਾ ਗਾਉਂਦੇ ਨੇ, ਆਪਣਾ ਇਜ਼ਹਾਰ ਕਰਦੇ ਨੇ, ਔਰ ਆਪਣੇ ਅੰਦਰ ਜੋ ਵੀ ਹੈ ਉਹ ਦਿਖਾਉਂਦੇ ਨੇ। ਤੇ ਐਸੇ ਤਰ੍ਹਾਂ ਪ੍ਰਮੋਸ਼ਨ ਹੁੰਦੀ ਰਹੇ ਨਾ ਤੇ ਸਾਡਾ ਪਾਕਿਸਤਾਨ ਛਾ ਜਾਏ ਸਿੰਗਿੰਗ। ਬੇਸ਼ੱਕ ਕੋਈ ਸ਼ੱਕ ਨਹੀਂ, ਔਰ ਸਾਡੀ ਤੇ ਇਤਨਾ ਜੀ ਕੋਸ਼ਿਸ਼ ਹੈ ਜੋ ਅਸੀਂ ਆਪਣੇ ਹਿੱਸੇ ਦਾ ਬੜਾ ਅੱਛਾ ਕੰਮ ਕਰ ਸਕਨੇ, ਉਹਦੇ ਵਿੱਚ ਜਨਾਬ ਟੋਰਾਂਟੋ 360 TV ਨੇ, ਟੋਰਾਂਟੋ 360 TV ਨੇ ਹਮੇਸ਼ਾ ਕੋਸ਼ਿਸ਼ ਕੀਤੀ, ਔਰ ਇਨਸ਼ਾਅੱਲਾ ਅਸੀਂ ਉਹਨਾਂ ਦੇ ਬਾਹ ਬੇਲੀਆਂ, ਅਸੀਂ ਉਹਨਾਂ ਬੰਦਿਆਂ ਨੂੰ, ਉਹਨਾਂ ਦੋਸਤਾਂ ਨੂੰ ਜਿਹੜੇ ਮੇਲ ਫੀਮੇਲ ਨੇ, ਜਿਹੜੇ ਵੀ ਦੁਨੀਆ ਦੇ ਰਾਹੀਂ ਦੁਨੀਆ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਮੌਜੂਦ ਨੇ ਔਰ ਟੋਰਾਂਟੋ ਟੈਲੀਵਿਜ਼ਨ ਦੇ ਇਸ ਪਲੇਟਫਾਰਮ ਦਾ ਹਿੱਸਾ ਬਣਨਾ ਚਾਹੁੰਦੇ ਨੇ, ਜਨਾਬ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਾਂਗੇ ਤੇ ਉਹਨਾਂ ਦੇ ਫਨ ਨੂੰ ਪ੍ਰਮੋਟ ਕਰਨ ਵਾਸਤੇ ਆਪਣੀ ਕਾਵਿਸ਼ਾਂ ਜਿਹੜੀਆਂ ਨੇ ਨਾ ਉਹ ਅਸੀਂ ਜਾਰੀ ਰੱਖਾਂਗੇ। ਤੇ ਨਿਆਜ਼ੀ ਸਾਹਿਬ ਗੱਲਾਂ ਦੇ ਵਿੱਚ ਜਿਹੜਾ ਨਾ ਕਾਫੀ ਸਾਰੀਆਂ ਗੱਲਾਂ ਹੋ ਗਈਆਂ, ਤੇ ਮੈਂ ਚਾਹਾਂਗਾ ਕਿ ਬਜਾਏ ਕਿ ਤੁਸੀਂ ਥੋੜ੍ਹਾ ਜਿਹਾ ਸੁਸਤ ਪੈ ਜਾਓ, ਢਿੱਲੇ ਪੈ ਜਾਓ, ਤੇ ਚੂੰਕਿ ਭੰਗੜੇ ਦੇ ਤੁਸੀਂ ਗੁਰੂ ਹੋ ਔਰ
ਤੇ ਮੈਂ ਨਹੀਂ ਚਾਹਦਾ ਕਿ ਕੋਈ ਅਸੀਂ ਇਸ ਪ੍ਰੋਗਰਾਮ ਨੂੰ ਥੋੜੀ ਮੱਠਾ ਹੋਣ ਦਈਏ। ਤੇ ਹੁਣ ਅਗਲਾ ਜਿਹੜਾ ਆਈਟਮ ਹੈ ਤੁਸੀਂ ਕਿਹੜਾ ਲੈ ਕੇ ਆ ਰਹੇ ਹੋ? ਅਗਲਾ ਤੁਹਾਨੂੰ ਇੱਕ ਰੀਮਿਕਸ Song ਪੁਰਾਣਾ Song ਹੈ ਲੇਕਿਨ ਉਹਨੂੰ ਰੀਮਿਕਸ ਕੀਤਾ ਜੀ ਜੀ ਜਨਾਬ। ओ रूप तेरा मस्ताना प्यार मेरा दीवाना भूल कोई हमसे ना हो जाए शराबी बॉडी रूप तेरा मस्ताना प्यार मेरा दीवाना भूल कोई हमसे ना हो जाए रात नशीली मस्त समा है आज नशे में सारा जहां है हाय शराबी मौसम बहकाए रूप तेरा मस्ताना प्यार मेरा दीवाना भूल कोई हमसे ना हो जाए रोक रहा है हमको जमाना दूर ही रहना पास न आना रोक रहा है हमको जमाना दूर ही रहना पास न आना कैसे मगर कोई दिल को समझाए रूप तेरा मस्ताना प्यार मेरा दीवाना भूल कोई हमसे ना हो जाए The one with the black and the skin so sweet is the color of the hair, is the color of the beard, so universally respected, all avoid accepted, the beauty and the brains with the heart that's connected, Mr. Roop Tera Mastana, wanna drive me crazy and I a divana, we go treasure hunting for your love khazana, do you want a movie star like Kashana, hey Roop Tera Mastana, प्यार मेरा दीवाना भूल कोई हमसे ना हो जाए वाह वाह Thank you, sir. क्या Thank बात you, है जनाब, thank you. जबरदस्त जनाब। ऐसा क्या ਅਸੀਂ बात- ਰੀਮਿਕਸ ਕੀਤਾ ਹੈ अच्छा वेरी जी। गुड ਔਰ ਬਹੁਤ ਵਧੀਆ ਜਨਾਬ, ਬਹੁਤ ਪਿਆਰਾ ਔਰ ਕਮਾਲ ਦਾ ਗੀਤ ਹੈ। Thank you, sir. ਤੇ ਇਹਦੇ ਚ ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਬਿਲਕੁਲ ਝਲਕਦਾ ਹੈ ਕਿ ਤੁਹਾਡਾ ਫਨ ਦੇ ਨਾਲ ਜਿਹੜਾ ਹੈ ਨਾ ਤੁਹਾਡਾ ਇੱਕ ਰਿਸ਼ਤਾ ਹੈ ਕਿ ਤਲਕ ਜਿਹੜਾ ਹੈ ਨਾ ਬਿਲਕੁਲ ਜੀ, love ਕਰੀਦਾ ਸੀ ਉਹ ਫਨ। ਲੱਗਦਾ ਹੈ। ਤੇ ਜਨਾਬ ਉਹ ਕਹਿੰਦੇ ਨੇ ਕਿ ਇਹ ਸਾਰੀ ਚੀਜ਼ਾਂ ਤੁਸੀਂ ਜਿਹੜੀ ਜਿਹੜੀਆਂ ਇਹ ਬਣਾਉਂਦੇ ਨੇ, ਇਹ ਤੁਹਾਡੀ ਇੱਕ ਟੀਮ ਹੈ, ਤੁਸੀਂ ਜਾਂ ਆਪ ਤਖਲੀਕ ਕਰ ਦੋ ਜਾਂ ਕੋਈ ਹੋਰ ਦੋਸਤ ਤੁਹਾਨੂੰ ਨਹੀਂ ਨਹੀਂ ਸਟੂਡੀਓ ਬਣਾਇਆ ਮੈਂ ਆਪਣਾ ਨਾ ਅੱਛਾ ਜੀ ਮੁਸਲਿਮ ਟਾਊਨ ਤੇ ਸਟੂਡੀਓ ਬਣਾਇਆ ਮੈਂ ਸਾਰੇ ਮਤਲਬ ਸ਼ਾਇਰ ਆਉਂਦੇ ਨੇ ਮੇਰੇ ਕੋਲ ਮਿਊਜ਼ਿਕ ਡਾਇਰੈਕਟਰ ਆਉਂਦੇ ਨੇ ਰਿਕਾਰਡਿਸਟ ਰੱਖਿਆ ਹੈ ਸਾਰਾ ਸਿਸਟਮ ਬਣਾਇਆ ਸੀ ਸਰ ਪੂਰਾ ਮਤਲਬ ਕਿ ਐਪਲ ਦਾ ਸਿਸਟਮ ਬਣਾਇਆ ਸੀ ਤੇ ਉੱਥੇ ਹੀ ਸਾਰਾ ਅਸੀਂ ਬੈਠ ਕੇ ਲਿਖਵਾਈਦਾ ਹੈ। ਫਿਰ ਉਹ ਸ਼ਾਇਰ ਅਗਰ ਤੁਹਾਡੇ ਕੋਲ ਬੈਠਾ ਹੋਇਆ ਨਾ ਤੇ ਤੁਸੀਂ ਆਪਣੇ ਦਿਲ ਦੀ ਗੱਲ ਵੀ ਉਹਨੂੰ ਦੱਸ ਸਕਦੇ ਹੋ ਜੀ ਬਿਲਕੁਲ ਠੀਕ ਇਹ ਚੱਕਰ ਹੈ ਸਰ ਉੱਥੇ ਫਿਰ ਬੈਠ ਕੇ ਅਸੀਂ ਸਾਰੇ ਸੌਂਗਸ ਕਰੀਏ। ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ ਜਨਾਬ। ਔਰ ਇਹ ਕੰਮ ਜਿਹੜਾ ਹੁੰਦਾ ਹੈ ਨਾ ਇਹ ਟੀਮ ਦੇ ਨਾਲ ਹੁੰਦਾ ਹੈ ਕਿ ਦੋਸਤ ਅੱਛੇ ਮਿਲ ਜਾਣ, ਟੀਮ ਵਰਕ ਜਿਹੜਾ ਹੁੰਦਾ ਨਾ ਸਾਰਿਆਂ ਦੇ ਐਫਰਟਸ ਕੰਬਾਈਨ ਐਫਰਟਸ ਜਿਹੜੇ ਬਿਲਕੁਲ ਜੀ, ਨੇ team ਕਿ work। ਸਾਰੇ ਮਿਲ ਕੇ ਕੰਮ ਕਰਨ। ਉਹਦੇ 'ਚ ਨਿਆਜ਼ੀ ਸਾਹਿਬ ਜਿਹੜੇ ਹੁੰਦੇ ਨੇ ਨਾ ਕਹਿੰਦੇ ਨੇ ਕਿ ਸਾਜ਼ਿੰਦੇ ਜਿਹੜੇ ਹੁੰਦੇ ਨੇ ਪਰ ਹੁੰਦੇ ਨੇ ਕਿ ਉਹਨਾਂ ਦੇ ਰਾਹੀਂ ਜਿਹੜਾ ਹੈ ਨਾ ਉਹ ਫਨਕਾਰ ਜਿਹੜਾ ਹੈ ਨਾ ਉਹ ਯਾਨੀ ਆਪਣਾ ਉਹ ਫਨ ਦੇ ਪ੍ਰਵਾਸ ਕਰਦਾ ਹੈ। ਔਰ ਇਸ ਵਾਸਤੇ ਤੁਸੀਂ ਜਿਹੜੀ ਧੁਨ ਵਗੈਰਾ ਬਣਾਉਂਦੇ ਹੋ ਤੇ ਇਹ ਖੁਦ ਬਣਾਉਂਦੇ ਹੋ ਜਾਂ ਨਾਲੋਂ ਵੀ ਦੋਸਤ ਜਿਹੜੇ ਨੇ ਉਹ ਤੁਹਾਨੂੰ ਸਪੋਰਟ ਕਰਦੇ ਜਾਂ ਸਿਰਫ ਤੁਸੀਂ ਗਾਉਂਦੇ ਹੀ ਹੋ ਬਸ? ਨਹੀਂ ਇੱਕ ਸਾਡੇ ਕੋਲ ਦੋਸਤ ਨੇ ਸਾਡੇ ਜੀ। ਉਹ ਰਿਕਾਰਡਿਸਟ ਨੇ ਉਹ ਬੜੀ ਅੱਛੀ ਧੁਨ ਬਣਾਉਂਦੇ ਨੇ ਫਿਰ ਕੁਝ ਸ਼ਾਇਰ ਵੀ ਬਣਾ ਲੈਂਦੇ ਨੇ ਇਸ ਤਰ੍ਹਾਂ ਮਤਲਬ ਕੁਝ ਮੈਂ ਵੀ ਆਪਣੀ ਦੱਸ ਦੇਣਾ ਰਾਏ ਯਾਰ ਮੇਰਾ ਦਿਲ ਕਰ ਰਿਹਾ ਇਹ ਕਰ ਲਓ ਇਹ ਕਰ ਲਓ। ਹੁਣ ਮੈਂ ਇੱਕ ਗਾਣਾ ਬਣਾਇਆ ਭੰਗੜਾ ਉਹਦਾ ਜੀ। ਮਿਊਜ਼ਿਕ ਸਟਾਰਟ ਕਰਤਾ ਹੈ ਮੈਂ ਤੁਹਾਨੂੰ ਥੋੜਾ ਸੁਣਾਣਾ ਜੀ ਹੋ ਗੋਰੀ ਗੋਰੀ ਗੱਲਾਂ ਉੱਤੇ ਨਿੱਕਾ ਜਿਹਾ ਦਿਲ ਦੀ ਕਰ ਦੋ ਬੇਚੈਨ ਮੇਰਾ ਹਰ ਵੇਲੇ ਦਿਲ ਦੀ ਦਿਲ ਨੂੰ ਸੰਭਾਲ ਸੋਹਣੀਏ ਗੋਰੀ ਨੀ ਦਿਲ ਤੈਨੂੰ ਸੋਹਣਾ ਲੱਗਦਾ ਸੋਹਣੀ ਨੀ ਮੁਖੜੇ ਤੇ ਪਿਆ ਜੱਚਦਾ ਗੋਰੀ ਨੀ। ਹੁਣ ਇਹ ਗਾਣਾ ਇਹਨੂੰ ਅਸੀਂ ਆਪਸ ਵਿੱਚ 4-5 ਬੰਦਿਆਂ ਨੇ ਬੈਠ ਕੇ ਡਿਸਾਈਡ ਕਰਕੇ ਫਾਈਨਲ ਕਰਤਾ ਹੈ ਠੀਕ। ਲੇਕਿਨ ਇਹ ਫਸਟ ਟਾਈਮ ਅੱਜ ਮੈਂ 27 ਤੁਹਾਡੇ ਚੈਨਲ ਤੇ ਗਈ ਹੈ। ਵਾਹ ਕੀ ਬਾਤ ਹੈ ਜਨਾਬ। ਇਹ ਤੁਹਾਡੀ ਯਕੀਨਨ ਸਾਡੇ ਜਿਹੜੇ ਵੇਖਣ ਵਾਲੇ ਵੀਵਰਸ ਨੇ, ਸਾਡੇ ਜਿਹੜੇ ਦੋਸਤ ਨੇ ਦੁਨੀਆ ਦੇ ਕਿਸੇ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਨੇ ਤੱਕਦੇ ਪਏ ਨੇ ਤੇ ਯਕੀਨਨ ਤੁਹਾਨੂੰ ਇਹਦੇ ਤੇ ਸਾਨੂੰ ਦੱਸਣਗੇ। ਤੇ ਮੈਂ ਇੱਕ ਬੇਨਤੀ ਵੀ ਕਰਾਂਗਾ ਆਪਣੇ ਦੋਸਤਾਂ ਨੂੰ, ਆਪਣੇ ਉਹਨਾਂ ਵੇਖਣ ਵਾਲਿਆਂ ਨੂੰ ਕਿ ਜਨਾਬ ਪੰਜਾਬ ਰੰਗ ਪ੍ਰੋਗਰਾਮ ਦੇ ਵਿੱਚ ਕੋਈ ਅਜਿਹੀ ਗੱਲ,
ਕੋਈ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੋਵੇ ਤੇ ਉਹ ਤੁਸੀਂ ਜਨਾਬ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਸਾਨੂੰ ਉਸ ਦੇ ਦੱਸ ਸਕਦੇ ਹੋ। ਸਾਡੇ ਜਿਹੜੇ YouTube ਤੇ ਸਾਡਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਵੀ ਕਰਨਾ ਤੁਸੀਂ ਔਰ ਉਹ ਦੇਖਣਾ ਵੀ ਹੈ, ਔਰ ਉਸ ਦੇ ਨਾਲ ਆਪਣੇ ਸੁਜੈਸ਼ਨ ਆਪਣੀ ਜਿਹੜੀ ਤਜਾਵੀਜ਼ ਨੇ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੇ ਉਹ ਵੀ ਜਨਾਬ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਅੱਛਾ ਇਹ ਦੱਸੋ ਕਿ ਇੱਕ ਜਿਹੜਾ ਇਹ ਫਨ ਦੀ ਤਰਫ ਆਉਣਾ, ਫਿਰ ਮੈਂ ਵਾਪਸ ਉਸੇ ਜਗ੍ਹਾ ਤੇ ਆਵਾਂਗਾ ਜੀ ਜੀ ਕਿ ਇਹ ਜਿਹੜਾ ਤੁਹਾਡਾ ਫਨ ਹੈ ਜੀ ਮਾਸ਼ਾਅੱਲਾ ਬੜਾ ਅੱਛਾ ਹੈ, ਔਰ ਤੁਸੀਂ ਇਹਦਾ ਪੂਰਾ ਹੱਕ ਅਦਾ ਵੀ ਕਰਦੇ ਹੋ, ਪੂਰਾ ਉਤਰਦੇ ਹੋ ਇਹਦੇ ਉੱਤੇ ਕਿ ਤੁਸੀਂ ਇਤਨੀ ਮਿਹਨਤ ਕਰਦੇ ਹੋ, ਗਾਉਂਦੇ ਹੋ। ਤੇ ਇਹ ਦੱਸੋ ਕਿ ਇੱਕ ਤੇ ਸ਼ੌਕ ਹੋ ਗਿਆ, ਜੀ ਕੋਈ ਕਦੀ ਦਿਲ ਟੁੱਟ ਜਾਂਦਾ ਹੈ ਬੰਦੇ ਦਾ, ਠੀਕ ਹੈ ਨਾ, ਤੇ ਫਿਰ ਉਸ ਤੋਂ ਬਾਅਦ ਜਨਾਬ ਕੋਈ ਦੁਖੀ ਕੋਈ ਸੁਖੀ ਸ਼ਾਇਰ ਬਣ ਜਾਂਦੇ ਨੇ, ਤੇ ਕੁਝ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਫਨਕਾਰ ਬਣ ਜਾਂਦੇ ਨੇ। ਤੇ ਜਨਾਬ ਦੇ ਨਾਲ ਵੀ ਕੋਈ ਐਸਾ ਹਾਦਸਾ ਪੇਸ਼ ਹੈ? ਨਹੀਂ ਨਹੀਂ, ਦੁਖੀ ਤੇ ਨਹੀਂ ਗਾ, ਭੰਗੜਾ ਸਿੰਗਰ ਦੁਖੀ ਹੁੰਦੇ ਨਹੀਂ ਵਿਚਾਰੇ, ਜੀ, ਜੀ। ਕਿਉਂਕਿ ਅਸੀਂ ਐਂਟਰਟੇਨਰ ਹੈਗੇ ਆ। ਅੱਛਾ। ਅਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੱਟੂ ਸਾਹਿਬ ਕਿ ਅਸੀਂ ਨਾ, ਮੈਂ ਆਡੀਅנס ਨੂੰ ਦੇਖਣਾ ਵਾ ਕਿ ਉਹ ਕੀ ਚਾਹ ਰਹੇ ਨੇ, ਉਹ ਕੀ ਸੁਣਨਾ ਚਾਹ ਰਹੇ ਨੇ, ਕਰਾਊਡ ਕਿਸ ਚਾਹੀਦਾ। ਨਹੀਂ ਮੈਂ ਜਨਾਬ ਇਸ ਇੱਕ ਗੱਲ ਨੂੰ ਕਹਿੰਦਾ, ਇੱਕ ਲਤੀਫਾ ਵੀ ਯਾਦ ਆਇਆ ਕਿ ਉਹ ਕਹਿੰਦੇ ਨੇ ਮੀਨਾਰੇ ਪਾਕਿਸਤਾਨ ਤੇ ਨਾ ਕੋਈ ਬੰਦਾ ਖੁਦਕੁਸ਼ੀ ਦੇ ਕਰਨ ਦੇ ਬਹਾਨੇ ਨਾਲ ਨਾ ਕੋਈ ਲੈ ਕੇ ਮਾਈਂਡ ਲੈ ਕੇ ਚੜ ਗਿਆ ਉੱਤੇ, ਤੇ ਉਹ ਜਦੋਂ ਚੜਿਆ ਨਾ ਤੇ ਜਾ ਕੇ ਉੱਤੇ ਜਨਾਬ ਉਹ ਛਲਾਂਗ ਮਾਰਨ ਲੱਗਿਆ ਤੇ ਦੇਖਿਆ ਇੱਕ ਬੰਦਾ ਜਨਾਬ ਨਾ ਉਹਦੇ ਦੋਨੋਂ ਬਾਜ਼ੂ ਹੀ ਨਹੀਂ ਹੈਗੇ ਨੇ, ਤੇ ਉਹ ਜਨਾਬ ਥੱਲੇ ਨਾ ਡਾਂਸ ਕਰ ਰਹੀ ਹੈ, ਨੱਚ ਰਹੀ ਹੈ। ਤੇ ਉਹ ਵੇਖ ਕੇ ਤਾਂ ਉਹਦੇ ਦਿਲ 'ਚ ਆ ਗਈ ਕਿ ਜਨਾਬ ਮੈਂ ਕਿੱਡਾ ਬਦਬਖਤ ਆਦਮੀ ਹੈਗਾ ਕਿ ਮੈਂ ਤੇ ਮੇਰੇ ਹੱਥ ਬਾਜ਼ੂ ਪੈਰ ਸਲਾਮਤ ਨੇ, ਔਰ ਇਸ ਦੇ ਬਾਵਜੂਦ ਮੈਂ ਮਾਯੂਸ ਹੋ ਕੇ ਤੇ ਮੈਂ ਖੁਦਕੁਸ਼ੀ ਕਰਨ ਲੱਗਿਆ। ਤਾਂ ਵੇਖੋ ਜਿੰਦੇ ਬਾਜ਼ੂ ਵੀ ਨਹੀਂ ਹੈਗੇ ਤੇ ਨਾ ਡਾਂਸ ਕਰਦਾ ਫਿਰ ਛਲਾਂਗਾ ਮਾਰ ਰਿਹਾ ਹੈ। ਤੇ ਥੱਲੇ ਉਤਰ ਕੇ ਆ ਕੇ ਪੁੱਛਿਆ ਯਾਰਾ ਮੈਨੂੰ ਆਪਣੀ ਇਸ ਜਿਹੜੀ ਖੁਸ਼ੀ ਦਾ ਰਾਜ਼ ਦੱਸ। ਉਹਨੇ ਕਿਹਾ ਸੌਰੀ ਦਿਆ, ਮੈਨੂੰ ਤੇ ਖਾਰਿਸ਼ ਪਈ ਹੈ, ਮੈਂ ਤੇ ਇਸ ਲਈ ਹੱਥ ਨਹੀਂ ਹੈਗੇ ਨੱਚਣ ਡਿਆ ਹੈਗਾ ਵੀ ਚਲੋ ਟਾਲਣ ਡਿਆ। ਤੇ ਬਸ ਕਿਆ ਬਾਤ ਹੈ। ਆਹ ਸਾਥੀ ਤੌਰ ਤੇ ਬੰਦੇ ਨਾਲ ਕੁਝ ਐਸੀ ਚੀਜ਼ਾਂ ਵੇਖਦੇ ਕਿ ਭੰਗੜਾ ਤੁਸੀਂ ਗਾਉਂਦੇ ਹੋ, ਹੋ ਸਕਦਾ ਤੁਹਾਡਾ ਵਿੱਚੋਂ ਕੋਈ ਦਿਲ ਟੁੱਟਿਆ ਹੋਵੇ ਔਰ ਤੁਸੀਂ ਉਸ ਗਮ ਨੂੰ ਦੂਸਰੇ ਤਰੀਕੇ ਰਾਹੀਂ ਸ਼ੇਅਰ ਕਰਦੇ, ਕਿਉਂਕਿ ਅਜਿਹੀ ਗੱਲ ਤਾਂ ਨਹੀਂ ਹੈ ਜਨਾਬ। ਦਿਲ ਟੁੱਟ ਗਿਆ ਤੇ ਫਿਰ ਉਹਨੂੰ ਆਪਣੇ ਦਿਲ 'ਚ ਹੀ ਰੱਖਣਾ, ਲੋਕਾਂ ਨੂੰ ਥੋੜੀ ਸਾਈਡ ਕਰਨਾ ਹੈ। ਸਾਡਾ ਤੇ ਕੰਮ ਹੈਗਾ ਲੋਕਾਂ ਨੂੰ ਇੰਜੋਏ ਕਰਨਾ, ਕਿ ਲੋਕ ਸਾਡੇ ਨਾਲ ਨੱਚਣ। ਅਗਰ ਦਿਲ ਦੁਖੀ ਹੈ ਤੇ ਸਾਡਾ ਦੁਖੀ ਹੈ ਨਾ, ਲੋਕਾਂ ਦਾ ਹਿੰਮਤ ਸਿਰ ਦੁਖੀ ਕਰਨਾ। ਅੱਛਾ। ਤੇ ਇਸ ਵਾਸਤੇ ਮੈਂ ਕਦੀ ਮਤਲਬ ਸੈਡ ਸੌਂਗ ਨਹੀਂ ਬਣਾਏ, ਠੀਕ ਹੈ, ਤੇ ਜ਼ਿਆਦਾ ਤੇਜ਼ ਗਾਣੇ ਬਣਾਉਂਦਾ। ਯਾਨੀ ਤੁਸੀਂ ਬਜਾਏ ਕਿ ਲੋਕਾਂ ਦੇ 'ਚ ਜਿਹੜੇ ਨਾ ਉਹ ਜਿਹੜੇ ਦੁਖੀ ਗਾਣੇ ਗਾਣ ਦੀ ਬਜਾਏ ਤੁਸੀਂ ਸੈਡ ਸੰਗ ਵੱਲ ਨਹੀਂ ਆਏ ਔਰ ਖੁਸ਼ੀਆਂ ਵੱਲ ਆਏ ਹੋ। ਤੇ ਬੇਸ਼ੱਕ ਜਨਾਬ ਚੰਗੀ ਗੱਲ ਹੈ ਕਿ ਅੱਲਾ ਕਰੇ ਕਿ ਤੁਹਾਡੀ ਇਹ ਖੁਸ਼ੀਆਂ ਇਸੇ ਤਰ੍ਹਾਂ ਤੁਹਾਡੇ ਆਲੇ ਦੁਆਲੇ ਜਿਹੜੇ ਨਾ ਤੁਹਾਡੇ ਦੋਸਤਾਂ ਦੇ ਰੂਪ ਦੇ ਵਿੱਚ, ਤੁਹਾਡੇ ਸੱਜਣਾਂ ਦੇ ਰੂਪ ਦੇ ਵਿੱਚ, ਮਿੱਤਰਾਂ ਦੇ ਰਾਹੀਂ ਤੁਹਾਡੇ ਨਾਲ ਮੌਜੂਦ ਰਹਿਣ। ਤੇ ਬੜਾ ਸੋਹਣਾ ਗਾ ਰਹੇ ਨੇ ਔਰ ਭੰਗੜੇ ਦੇ ਜਨਾਬ ਇਹਨਾਂ ਨੇ ਕਮਾਲ ਦੇ ਗਲੂਕਾਰ ਨੇ, ਔਰ ਇਹਨਾਂ ਦੇ ਗੀਤ ਅਗਰ ਤੁਸੀਂ YouTube ਤੇ ਜਾਂ ਦੂਸਰੀ ਜਗ੍ਹਾ ਸੋਸ਼ਲ ਮੀਡੀਆ ਤੇ ਵੇਖੋਗੇ ਤੇ ਤੁਹਾਨੂੰ ਯਕੀਨਨ ਮਜ਼ਾ ਆਏਗਾ। ਔਰ ਅੱਜ ਸਾਡੇ ਨਾਲ ਨੇ ਜਨਾਬ। ਤੇ ਨਿਆਜ਼ ਸਾਹਿਬ ਬੜੀ ਚੰਗੀ ਤੁਸੀਂ ਗੱਲ ਕਰ ਰਹੇ ਸੋ ਕਿ ਇਹ ਜਿਹੜੀ ਧੁਨ ਹੈ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਇਹ ਰਲ ਕੇ ਦੋਸਤਾਂ ਦੇ ਵਿੱਚ ਬੈਠੇ ਬਿਠਾਏ ਗੱਲਾਂ ਦੇ ਵਿੱਚ ਚੀਜ਼ਾਂ ਜਿਹੜੀਆਂ ਨਾ ਉਹ ਤਖਲੀਕ ਹੋ ਜਾਂਦੀਆਂ ਨੇ, ਕ੍ਰੀਏਟ ਹੋ ਜਾਂਦੀਆਂ ਨੇ, ਬਣ ਜਾਂਦੀਆਂ ਨੇ। ਔਰ ਬਾਜ਼ ਦਫਾ ਐਸੀ ਕੋਈ ਧੁਨ ਜਾਂ ਐਸਾ ਕੋਈ ਗੀਤ ਬਣਦਾ ਹੈ ਕਿ ਜਿੰਦਾ ਬੰਦੇ ਨੂੰ ਉਮੀਦ ਵੀ ਨਹੀਂ ਹੁੰਦੀ ਕਿ ਯਾਰ ਇਹ ਇਤਨਾ ਹਿੱਟ ਹੋ ਜਾਏਗਾ, ਔਰ ਉਹ ਵਾਕਈ ਹਿੱਟ ਹੋ ਜਾਂਦਾ ਹੈ। ਤੇ ਫਿਰ ਉਹਦੀ ਜਿਹੜੀ ਖੁਸ਼ੀ ਹੁੰਦੀ ਹੈ ਉਹਦਾ ਆਪਣਾ ਹੀ ਇੱਕ ਮਜ਼ਾ ਆਉਂਦਾ ਹੈ। ਕੀ ਖਿਆਲ ਹੈ? ਬਿਲਕੁਲ ਜੀ ਬਿਲਕੁਲ। ਮੈਂ ਹੁਣ ਅਸੀਂ ਨਵਾਂ ਭੰਗੜਾ ਬਣਾ ਰਹੇ ਸਾਂ। ਅੱਛਾ। ਤੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਸਤਾਈ ਸੁਣਾਉਂਦਾ। ਬਿਲਕੁਲ, ਅਸੀਂ ਉਸ ਭੰਗੜੇ ਦੀ ਜਨਾਬ ਸਤਾਈ ਤੁਹਾਡੇ ਕੋਲ ਸੁਣਾਂਗੇ ਜੀ। ਹੋ ਭੰਗੜਾ ਪੰਜਾਬੀ ਪਾ ਲੈ ਕੁੜੀਏ, ਮੇਰੇ ਨਾਲ ਪੇਚਾ ਲਾ ਲੈ ਕੁੜੀਏ, ਭੰਗੜਾ ਪੰਜਾਬੀ ਤੂੰ ਸੋਹਣੀ ਮਨਮੋਹਣੀ ਲੱਗਦੀ, ਤੂੰ ਸੋਹਣੀ ਮਨਮੋਹਣੀ ਲੱਗਦੀ, ਨੱਚਣ ਵੇਲੇ ਸਭ ਨਾਲ ਜੱਸਦੀ, ਹੱਸ ਕੇ ਨਾਲ ਲੜਾ ਲਾ ਕੁੜੀਏ, ਭੰਗੜਾ ਪੰਜਾਬੀ ਹੋਏ 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 ਹੋਏ, ਭੰਗੜਾ ਪੰਜਾਬੀ ਪਾ ਲੈ ਕੁੜੀਏ, ਮੇਰੇ ਨਾਲ ਪੇਚਾ ਲਾ ਲੈ ਕੁੜੀਏ, ਭੰਗੜਾ ਪੰਜਾਬੀ ਪਾ ਲੈ ਕੁੜੀਏ। ਵਾਹ ਵਾਹ ਜਨਾਬ, ਕਿਆ ਬਾਤ ਹੈ ਜਨਾਬ, ਜ਼ਬਰਦਸਤ, ਕਿਆ ਬਾਤ ਹੈ ਜਨਾਬ। ਭੰਗੜਾ ਪੰਜਾਬੀ, ਔਰ ਇਹ ਪੰਜਾਬੀ ਦੇ ਸਾਡੇ ਸਿੰਗਰ ਨੇ ਔਰ ਇਹਨਾਂ ਨੇ ਭੰਗੜੇ ਪਾਣੇ ਨੇ, ਔਰ ਯਕੀਨਨ ਜਿਹੜੇ ਵੀ ਦੁਨੀਆ ਦੇ ਵਿੱਚ ਰਾਹੀਂ ਸਾਡੇ ਦੋਸਤ ਵੇਖਦੇ ਪਏ ਨੇ ਤੇ ਖੁਸ਼ ਹੋਏ ਹੋਣਗੇ। ਤੇ ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਸਾਡਾ ਜਿਹੜੀ ਮਾਂ ਬੋਲੀ ਹੈ ਇਹਨੂੰ ਅਸੀਂ ਜ਼ਿਆਦਾ ਪ੍ਰਮੋਟ ਕਰੀਏ। ਔਰ ਪੰਜਾਬੀ ਦੇ ਵਿੱਚ ਜਿਹੜੇ ਵੀ ਅਸੀਂ ਬਾਜ਼ ਦਫਾ ਨਿਆਜ਼ ਸਾਹਿਬ ਐਵੇਂ ਵੀ ਹੁੰਦਾ ਹੈ ਕਿ ਬੱਚਾ ਘਰ ਦੇ ਵਿੱਚ ਅਗਰ ਪੰਜਾਬੀ ਬੋਲੇ ਨਾ ਤਾਂ ਅਸੀਂ ਪੈਂਟ ਸ਼ਰਟ ਪਾਈ ਹੁੰਦੀ ਹੈ ਤਾਂ ਅਸੀਂ ਕਹਿੰਦੇ ਕਿ ਜਨਾਬ ਇਹ ਪਤਾ ਨਹੀਂ ਉਰਦੂ 'ਚ ਗੱਲ ਕਰ। ਤੇ ਮੇਰੇ ਖਿਆਲ ਹੈ ਕਿ ਸਾਨੂੰ ਆਪਣੀ ਜਿਹੜੀ ਮਾਂ ਬੋਲੀ ਹੈ ਇਹਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਔਰ ਟੋਰਾਂਟੋ 360 TV ਦੀ ਵੀ ਕੋਸ਼ਿਸ਼ ਹੈ ਕਿ ਇਸ ਨੂੰ ਪ੍ਰਮੋਟ ਕੀਤਾ ਜਾਵੇ ਕਿ ਪੱਗਾਂ ਸਾਨੂੰ ਪੱਬਦੀਆਂ ਨੇ, ਸਾਡੀ ਵੱਖਰੀ ਟੋਰ ਨਵਾਬੀ, ਅਸੀਂ ਵਾਸੀ ਪੰਜ ਦਰਿਆਵਾਂ ਦੇ,
ਸਾਨੂੰ ਕਹਿੰਦੇ ਲੋਕ ਪੰਜਾਬੀ ਕਿਆ ਬਾਤ। ਔਰ ਇਹ ਪੰਜਾਬ ਦਾ ਕਲਚਰ ਹੈ ਭੰਗੜਾ, ਇਹਨੂੰ ਅਸੀਂ ਪ੍ਰਮੋਟ ਕਰਨਾ ਹੈ। ਤੇ ਮੈਂ ਜਨਾਬ ਤੁਹਾਡਾ ਵੀ ਸ਼ੁਕਰੀਆ ਅਦਾ ਕਰਾਂਗਾ ਕਿ ਤੁਸੀਂ ਅੱਜ ਦੇ ਸਾਡੇ ਇਸ ਸਟੂਡੀਓ ਦੇ ਵਿੱਚ, ਸਾਡੇ ਇਸ ਵਿਹੜੇ ਦੇ ਵਿੱਚ Sir, ਮੈਂ- ਰੌਣਕ ਬਖਸ਼ੀ ਹੈ। ਤੇ ਜਨਾਬ ਤੁਹਾਨੂੰ ਇਹ ਪ੍ਰੋਗਰਾਮ ਅੱਜ ਦਾ ਕਿਵੇਂ ਲੱਗਿਆ? ਇਸ ਪ੍ਰੋਗਰਾਮ ਵਿੱਚ ਕਿਹੜੀ ਅਜਿਹੀ ਗੱਲ ਹੈ ਕਿ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ? ਸਾਨੂੰ ਜ਼ਰੂਰ ਦੱਸਣਾ ਜੇ। ਔਰ ਨਿਆਜ਼ੀ ਸਾਹਿਬ ਕੋਈ ਸੁਨੇਹਾ, ਕੋਈ ਛੋਟੀ ਜਿਹੀ ਗੱਲ ਜਿਹੜੀ ਤੁਸੀਂ ਸਾਡੇ ਵੀਵਰ ਸਰ ਮੈਨੂੰ ਤੇ ਪ੍ਰੋਗਰਾਮ ਤੁਹਾਡਾ ਬਹੁਤ ਅੱਛਾ ਲੱਗਿਆ ਹੈ। ਬੱਟੂ ਸਾਹਿਬ ਤੁਹਾਡੇ ਬੋਲਣ ਦਾ ਸਟਾਈਲ ਮਾਸ਼ਾਅੱਲਾ, ਔਰ ਜਿਹੜੇ ਤੁਸੀਂ ਸ਼ੇਰ ਸੁਣਾ ਰਹੇ ਹੋ, ਕੀ ਬਾਤ ਹੈ ਜੀ। ਮੇਰੀ ਆਈ ਹੈ ਜੀ ਕਿ ਮਿਲ ਜੁਲ ਕੇ ਰਹੋ, ਲੜਾਈ ਝਗੜਾ ਨਾ ਕਰੋ, ਪਿਆਰ ਆਪਸ ਵਿੱਚ ਮਿਲ ਕੇ ਚੱਲੋ ਤੇ ਆਪਣੇ ਪਿਆਰੇ ਮੁਲਕ ਦਾ ਖਿਆਲ ਰੱਖੋ। ਬੇਸ਼ੱਕ ਜੀ, ਬੇਸ਼ੱਕ। ਇਸ ਮੁਲਕ ਇਹਦੇ ਨਾਲ ਹੀ ਜਨਾਬ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਆਪਣੇ ਮੇਜ਼ਬਾਨ ਜਾਵੇਦ ਭੱਟੂ ਨੂੰ ਇਜਾਜ਼ਤ ਦਿਓ। ਜੀਂਦੇ ਰਹੋ, ਵਸਦੇ ਰਹੋ, ਰੱਬ ਰੱਖਾ।